ਕੈਨੇਡੀਅਨ ਸੱਤ ਟੀਵੀ ਦੇ ਨਾਲ ਤੁਸੀਂ ਜੁੜੇ ਹੋਏ ਹੋ। ਖਬਰਾਂ ਦਾ ਬੁਲੇਟਿਨ ਲੈ ਕੇ ਮੈਂ ਸ਼ੀਤਲ ਠਾਕੁਰ ਹਾਜ਼ਰ ਹੋ ਚੁੱਕੀ ਹਾਂ। ਆਓ ਇੱਕ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਬਾਈਡਨ ਨੇ ਯੂਕਰੇਨ ਦੀ ਮਦਦ ਲਈ 10 ਅਰਬ ਤੇ ਕੋਵਿਡ ਦੇ ਨਾਲ ਲੜਨ ਦੇ ਲਈ 22.5 ਅਰਬ ਡਾਲਰ ਮੰਗੇ। ਅਮਰੀਕੀ ਸੰਸਦ ਦੇ ਵਿੱਚ H1B ਵੀਜ਼ਾ ਪ੍ਰਣਾਲੀ ਦੇ ਵਿੱਚ ਸੁਧਾਰ ਦੇ ਲਈ ਬਿੱਲ ਪੇਸ਼, ਹੁਨਰਮੰਦਾਂ ਨੂੰ ਹੋਵੇਗਾ ਫਾਇਦਾ। ਅਮਰੀਕਾ ਦੇ ਵਿੱਚ ਭਾਰਤੀ ਮੂਲ ਦਾ ਕੈਨੇਡੀਅਨ ਟਰੱਕ ਡਰਾਈਵਰ 140 ਕਿਲੋ ਸ਼ੱਕੀ ਕੋਕੀਨ ਰੱਖਣ ਦੇ ਦੋਸ਼ ਹੇਠ ਹੋਇਆ ਗ੍ਰਿਫਤਾਰ। ਬਿਹਾਰ ਦੇ ਭਾਗਲਪੁਰ ਦੇ ਵਿੱਚ ਜ਼ਬਰਦਸਤ ਧਮਾਕਾ, 7 ਲੋਕਾਂ ਦੀ ਹੋਈ ਮੌਤ, ਕਈਆਂ ਦੇ ਮਲਬੇ ਹੇਠ ਦਬੇ ਹੋਣ ਦਾ ਖਦਸ਼ਾ। ਕਵਾੜ ਬੈਠਕ ਦੇ ਵਿੱਚ ਯੂਕਰੇਨ ਸੰਕਟ ਤੇ ਚਰਚਾ, ਮੋਦੀ ਨੇ ਗੱਲਬਾਤ ਤੇ ਕੂਟਨੀਤੀ ਦੇ ਰਸਤੇ ਤੇ ਪਰਤਣ ਦੀ ਕੀਤੀ ਅਪੀਲ। ਯੂਕਰੇਨ ਦੇ ਪਰਮਾਣੂ ਪਲਾਂਟ ਦੇ ਹਮਲੇ ਤੋਂ ਬਾਅਦ ਬਾਈਡਨ ਦੀ ਅਪੀਲ, ਰੂਸ ਨੂੰ ਕਹੀ ਇੱਕ ਗੱਲ। ਯੂਕਰੇਨ ਰੂਸ ਜੰਗ ਤਹਿਤ ਕੀਵ ਤੋਂ ਆ ਰਹੇ ਭਾਰਤੀ ਵਿਦਿਆਰਥੀਆਂ ਨੂੰ ਲੱਗੀ ਗੋਲੀ, ਭੇਜਿਆ ਗਿਆ ਵਾਪਸ। ਬਾਈਡਨ ਨੇ ਪਹਿਲੇ ਸਟੇਟ ਦੀ ਆਫ ਯੂਨੀਅਨ ਸੰਬੋਧਨ ਦੇ ਵਿੱਚ ਤੋੜਿਆ ਟਰੰਪ ਦਾ ਰਿਕਾਰਡ। ਯੂਕਰੇਨ ਤੋਂ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ ਵਿਦਿਆਰਥੀ, ਮਾਪਿਆਂ ਨੂੰ ਮਿਲ ਕੇ ਹੋਏ ਭਾਵੁਕ। ਜੰਗ ਵਿਚਾਲੇ ਰੂਸ ਨੂੰ ਅਮਰੀਕਾ ਦਾ ਖੁੱਲ੍ਹਾ ਪ੍ਰਸਤਾਵ, ਹਮਲੇ ਰੋਕੋ, ਸਾਰੀਆਂ ਪਾਬੰਦੀਆਂ ਹਟਾ ਦੇਵਾਂਗੇ। ਰੂਸ ਯੂਕਰੇਨ ਜੰਗ ਦੇ ਤਹਿਤ 35,000 ਵਾਲੀ ਟਿਕਟ 90,000 ਦੇ ਵਿੱਚ ਖਰੀਦਣ ਦੇ ਲਈ ਮਜਬੂਰ ਹੋਏ ਵਿਦਿਆਰਥੀ। ਵਾਰਾਣਸੀ ਪਰਤੇ ਵਿਦਿਆਰਥੀਆਂ ਦੇ ਨਾਲ ਪੀਐਮ ਮੋਦੀ ਨੇ ਕੀਤੀ ਮੁਲਾਕਾਤ। ਯੂਕਰੇਨ ਦੇ ਵਿੱਚ ਫਸੇ 185 ਭਾਰਤੀਆਂ ਨੂੰ ਬੁਖਾਰਸਤ ਤੋਂ ਲੈ ਕੇ ਮੁੰਬਈ ਪਹੁੰਚਿਆ ਵਿਸ਼ੇਸ਼ ਜਹਾਜ਼। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੀ ਜੋ ਬਾਈਡਨ ਨੀਤ ਸਰਕਾਰ ਨੇ ਰੂਸੀ ਹਮਲਿਆਂ ਦੇ ਵਿਰੁੱਧ ਯੂਕਰੇਨ ਦੀ ਮਦਦ ਲਈ 10 ਅਰਬ ਡਾਲਰ ਅਤੇ ਕੋਰੋਨਾ ਵਾਇਰਸ ਇਨਫੈਕਸ਼ਨ ਮਹਾਮਾਰੀ ਦੇ ਨਾਲ ਲੜਨ ਦੇ ਲਈ 22.5 ਅਰਬ ਡਾਲਰ ਦੀ ਵਾਧੂ ਰਾਸ਼ੀ ਮੰਗੀ ਹੈ। ਦੇਸ਼ ਦੇ ਬਜਟ ਦੇ ਵਿੱਚ ਇਹਨਾਂ ਦੋਵਾਂ ਮੰਗਾਂ ਨੂੰ ਸ਼ਾਮਲ ਕਰਨ ਨੂੰ ਲੈ ਕੇ ਚਰਚਾ ਵੀ ਚੱਲ ਰਹੀ ਹੈ। ਵਾਈਟ ਹਾਊਸ ਆਫ ਦੀ ਮੈਨੇਜਮੈਂਟ ਐਂਡ ਬਜਟ ਦੇ ਕਾਰਜਕਾਰੀ ਨਿਰਦੇਸ਼ਕ ਸ਼ਲਾਘਾਯੋਗ ਨੇ ਵੀਰਵਾਰ ਨੂੰ ਬਲੌਗ ਪੋਸਟ ਦੇ ਵਿੱਚ ਪੂਰਕ ਫੰਡਿੰਗ ਦੀ ਲੋੜ ਤੇ ਜ਼ੋਰ ਦਿੱਤਾ। ਇਹਨਾਂ ਦੋਵਾਂ ਮੰਗਾਂ ਦੀ ਕੁੱਲ ਰਕਮ ਕਾਂਗਰਸ ਦੇ ਵੱਲੋਂ ਤੈਅ ਬਜਟ ਤੋਂ ਵਾਧੂ ਹੈ। ਅਮਰੀਕੀ ਸੰਸਦ ਮੌਜੂਦਾ ਬਜਟ ਤੇ ਚਰਚਾ ਕਰ ਉਸ ਨੂੰ 11 ਮਾਰਚ ਤੱਕ ਅੰਤਰਿਮ ਰੂਪ ਦੇਣਾ ਚਾਹੁੰਦੀ ਹੈ। ਯੋਂਗ ਨੇ ਬਲੌਗ ਪੋਸਟ ਦੇ ਵਿੱਚ ਇਹ ਵੀ ਕਿਹਾ ਕਿ ਇਹ ਰਾਸ਼ੀ ਦੀ ਤੁਰੰਤ ਲੋੜ ਹੈ। ਉਹਨਾਂ ਨੇ ਲਿਖਿਆ ਕਿ ਯੂਕਰੇਨ ਨੂੰ 10 ਅਰਬ ਡਾਲਰ ਦੀ ਮਦਦ ਅਮਰੀਕੀ ਵੱਲੋਂ 2021 ਤੋਂ ਉਸ ਨੂੰ ਦਿੱਤੀ ਗਈ 1.4 ਅਰਬ ਡਾਲਰ ਤੋਂ ਇਲਾਵਾ ਹੋਵੇਗੀ, ਜੋ ਉਸ ਨੂੰ ਪਿਛਲੇ ਮਹੀਨੇ ਰੂਸ ਵੱਲੋਂ ਹੋਏ ਹਮਲੇ ਦੀ ਪਿਛੋਕੜ ਦੇ ਵਿੱਚ ਦਿੱਤੀ ਜਾ ਰਹੀ ਹੈ। ਯੋਂਗ ਨੇ ਵੀ ਕਿਹਾ ਹੈ ਕਿ ਇਸ ਰਾਸ਼ੀ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹਫ਼ਤਿਆਂ ਦੇ ਵਿੱਚ ਯੂਕਰੇਨ ਅਤੇ ਹਸਪਤਾਲ ਦੇ ਖੇਤਰਾਂ ਨੂੰ ਆਰਥਿਕ ਸਹਾਇਤਾ ਮਿਲੇਗੀ, ਨਾਲ ਹੀ ਨਾਲ ਸੁਰੱਖਿਆ ਅਤੇ ਮਨੁੱਖੀ ਸਹਾਇਤਾ ਵੀ ਮਿਲੇਗੀ। ਉੱਥੇ ਹੀ ਬਾਈਡਨ ਦੇ ਵੱਲੋਂ ਕੋਵਿਡ ਵਿਰੁੱਧ ਲੜਾਈ ਲਈ ਮੰਗ ਗਈ 22.5 ਅਰਬ ਡਾਲਰ ਦੀ ਰਾਸ਼ੀ ਦੀ ਵਰਤੋਂ ਇਨਫੈਕਸ਼ਨ ਦੀ ਜਾਂਚ, ਇਲਾਜ ਅਤੇ ਟੀਕੇ ਤੋਂ ਇਲਾਵਾ ਖੇਤਰ ਦੇ ਵਿੱਚ ਖੋਜ ਅਤੇ ਦੁਨੀਆ ਭਰ ਦੇ ਵਿੱਚ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਦੇ ਲਈ ਕੀਤੀ ਜਾਵੇਗੀ। ਉਧਰ ਅਮਰੀਕੀ ਸੰਸਦ ਦੇ ਵਿੱਚ H1B ਅਤੇ H1 ਵੀਜ਼ਾ ਪ੍ਰਣਾਲੀ ਦੇ ਸਮੁੱਚੇ ਸੁਧਾਰ ਦੇ ਲਈ ਸੰਸਦ ਮੈਂਬਰਾਂ ਦੇ ਦੋ ਪੱਖੀ ਸਮੂਹ ਨੇ ਬਿੱਲ ਪੇਸ਼ ਕੀਤਾ। ਕਾਨੂੰਨ ਸਾਜ਼ਾ ਦੀ ਦਲੀਲ ਹੈ ਕਿ ਇਸ ਦੇ ਨਾਲ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਹੋਵੇਗੀ ਅਤੇ ਉਹਨਾਂ ਨੇ ਵਿਦੇਸ਼ੀ ਆਊਟਸੋਰਸਿੰਗ ਕੰਪਨੀਆਂ ਤੇ ਲਗਾਮ ਲੱਗੇਗੀ, ਜੋ ਇਸ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਕਰਦੇ ਹੋਏ ਯੋਗ ਅਮਰੀਕੀਆਂ ਨੂੰ ਉੱਚ ਹੁਨਰ ਵਾਲੀਆਂ ਨੌਕਰੀਆਂ ਤੋਂ ਵਾਂਝੇ ਰੱਖਦੇ ਨੇ। H1B ਵੀਜ਼ਾ ਇੱਕ ਗੈਰ ਇਮੀਗ੍ਰੇਸ਼ਨ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਹੁਨਰਾਂ ਵਾਲੀਆਂ ਨੌਕਰੀਆਂ ਦੇ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦਾ ਅਧਿਕਾਰ ਦਿੰਦਾ ਹੈ। ਅਮਰੀਕਾ ਦੀਆਂ ਟੈਕਨੋਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹੁਨਰਮੰਦ ਕਾਮਿਆਂ ਨੂੰ ਨਿਯੁਕਤ ਕਰਨ ਦੇ ਲਈ ਇਸ ਵੀਜ਼ੇ ਤੇ ਨਿਰਭਰ ਕਰਦੀਆਂ ਨੇ। ਭਾਰਤੀਆਂ ਦੇ ਸਮੇਤ ਵਿਦੇਸ਼ੀ ਪੇਸ਼ੇਵਰਾਂ ਦੇ ਵਿੱਚ H1B ਵੀਜ਼ਾ ਸਭ ਤੋਂ ਵੱਧ ਮੰਗਿਆ ਜਾਣ ਵਾਲਾ ਵਰਕ ਵੀਜ਼ਾ ਹੈ। ਇਸ ਦੇ ਨਾਲ ਹੀ L1 ਵੀਜ਼ਾ ਇੱਕ ਗੈਰ ਇਮੀਗ੍ਰੇਸ਼ਨ ਵੀਜ਼ਾ ਵੀ ਹੈ, ਜੋ ਕਿ L1 ਪੱਧਰ ਤੇ ਕੰਮ ਲਈ ਦਿੱਤਾ ਜਾਂਦਾ ਹੈ। ਇਹ ਮੁਕਾਬਲਤਨ ਥੋੜੇ ਸਮੇਂ ਦੇ ਲਈ ਵੈਧ ਹੈ। ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ H1B ਵੀਜ਼ਾ ਅਤੇ H1 ਵੀਜ਼ਾ ਸੁਧਾਰ ਬਿੱਲ ਧੋਖਾਧੜੀ ਅਤੇ ਦੁਰਵਰਤੋਂ ਨੂੰ ਰੋਕੇਗਾ ਅਤੇ ਅਮਰੀਕੀ ਕਰਮਚਾਰੀਆਂ ਤੇ ਵੀਜ਼ਾ ਧਾਰਕਾਂ ਦੇ ਹਿੱਤਾਂ ਦੀ ਰੱਖਿਆ ਵੀ ਕਰੇਗਾ ਅਤੇ ਵਿਦੇਸ਼ੀ ਕਰਮਚਾਰੀਆਂ ਦੀ ਨਿਯੁਕਤੀ ਦੇ ਵਿੱਚ ਵਧੇਰੇ ਪਾਰਦਰਸ਼ਤਾ ਵੀ ਆਏਗੀ। ਇਹ ਬਿੱਲ ਅਮਰੀਕੀ ਸੈਨੇਟ ਦੀ ਨਿਆਂਪਾਲਿਕਾ ਕਮੇਟੀ ਦੇ ਚੇਅਰਮੈਨ ਡਿਕ ਡਰਬਿਨ ਅਤੇ ਰੈਂਕਿੰਗ ਮੈਂਬਰ ਚੱਕ ਗ੍ਰਾਸਲੇ ਨੇ ਪੇਸ਼ ਕੀਤਾ। ਸੰਸਦ ਮੈਂਬਰ ਰਿਚਰਡ ਬਲੂਮੈਂਥਲ, ਟੌਮੀ ਟੂਬਰਵਿਲੇ ਅਤੇ ਸ਼ੈਰੋਡ ਬਰਾਊਨ, ਬਿਲ ਹੈਂਗਰਟੀ ਅਤੇ ਬਰਨੀ ਨੇ ਬਿੱਲ ਨੂੰ ਸਹਿ ਪ੍ਰਾਯੋਜਿਤ ਵੀ ਕੀਤਾ। ਉਧਰ ਅਮਰੀਕਾ ਦੇ ਸੂਬੇ ਡੈਟਰਾਇਟ ਦੇ ਵਿੱਚ ਇੱਕ ਸੈਮੀ ਟਰੱਕ ਡਰਾਈਵਰ ਨੂੰ ਡੈਟਰਾਇਟ ਤੋਂ ਕੈਨੇਡਾ ਤੱਕ ਅੰਬੈਸਡਰ ਬ੍ਰਿਜ ਤੇ ਕੋਕੀਨ ਦੇ 6 ਡਫਲ ਬੈਗ ਲਿਜਾਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਫੜਿਆ ਗਿਆ। ਡੈਟਰਾਇਟ ਕੰਟਰਾਬੈਂਡ ਐਨਫੋਰਸਮੈਂਟ ਟੀਮ ਦੇ ਅਨੁਸਾਰ ਅੰਬੈਸਡਰ ਬ੍ਰਿਜ ਦੇ ਡੀਟਰੋਇਟ ਵਾਲੇ ਪਾਸੇ US ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਧਿਕਾਰੀਆਂ ਨੇ ਇੱਕ ਵਪਾਰਕ ਟਰੈਕਟਰ ਅਤੇ ਸੌਫਟ ਸਾਈਡ ਕਵਰਡ ਫਲੈਟਬੈਡ ਟ੍ਰੇਲਰ ਦੇ ਡਰਾਈਵਰ ਜਗਰੰਤ ਸਿੰਘ ਗਿੱਲ ਦੇ ਨਾਲ ਰੋਕ ਕੇ ਗੱਲ ਕੀਤੀ, ਜੋ ਕਿ ਉਹ ਕਿੱਥੇ ਜਾ ਰਿਹਾ ਹੈ, ਕੀ ਲਿਜਾ ਰਿਹਾ ਹੈ। ਡਰਾਈਵਰ ਜਗਰੰਤ ਸਿੰਘ ਗਿੱਲ ਨੇ ਦੱਸਿਆ ਕਿ ਉਹ ਮੈਰੀਅਨ ਇੰਡੀਆਨਾ ਸੂਬੇ ਤੋਂ ਸਟੀਲ ਰੀਲਸ ਦਾ ਲੋਡ ਲੈ ਕੇ ਕੈਨੇਡਾ ਵੱਲ ਜਾ ਰਿਹਾ ਸੀ। ਸ਼ੱਕ ਪੈਣ ਤੇ ਅਧਿਕਾਰੀਆਂ ਨੇ ਗਿੱਲ ਨੂੰ ਆਪਣੇ ਟਰੱਕ ਦੇ ਪਾਰਕ ਕਰਨ ਦੇ ਲਈ ਕਿਹਾ। ਫਲੈਟਬੈਡ ਦੇ ਹੇਠਾਂ ਵਾਲੀ ਸਾਈਡ ਸਟੋਰੇਜ ਕੰਪਾਰਟਮੈਂਟ ਦੀ ਤਲਾਸ਼ੀ ਦੇ ਦੌਰਾਨ ਉਸ ਨੂੰ ਬਾਹਰ ਜਾਣ ਦੇ ਲਈ ਕਿਹਾ। ਤਲਾਸ਼ੀ ਦੇ ਦੌਰਾਨ ਟਰੱਕ ਦੇ ਵਿੱਚ ਅਧਿਕਾਰੀਆਂ ਨੇ ਤੁਰੰਤ ਕਈ ਡਫਲ ਬੈਗ ਵੇਖੇ। ਡਫਲ ਬੈਗਾਂ ਦੇ ਅੰਦਰ ਅਧਿਕਾਰੀਆਂ ਨੂੰ ਪਲਾਸਟਿਕ ਦੇ ਨਾਲ ਲਪੇਟਿਆ ਬੰਡਲ ਵੀ ਮਿਲਿਆ, ਜਿਸ ਤੇ ਵੱਖ-ਵੱਖ ਲੋਗੋ ਤੇ ਨੰਬਰ ਨੇ। ਇਸ ਮਗਰੋਂ ਡਰਾਈਵਰ ਗਿੱਲ ਨੂੰ ਹੱਥਕੜੀ ਦੇ ਵਿੱਚ ਰੱਖਿਆ ਗਿਆ ਸੀ। ਅਧਿਕਾਰੀਆਂ ਦੇ ਵੱਲੋਂ ਤਲਾਸ਼ੀ ਲੈਣ ਤੇ ਇਹ
ਸ਼ੱਕੀ ਕੋਕੇਨ ਜਿਸ ਦਾ ਵਜ਼ਨ 140.75 ਕਿਲੋਗ੍ਰਾਮ ਸੀ ਫਲੈਟਬੈਂਡ ਟ੍ਰੇਲਰ ਦੇ ਸਟੋਰੇਜ ਤੇ ਕੰਪਾਰਟਮੈਂਟ ਵਿੱਚੋਂ ਬਰਾਮਦ ਹੋਈ। ਡਰਾਈਵਰ ਗਿਲ ਦੇ ਵੱਲੋਂ ਬਾਰਡਰ ਅਧਿਕਾਰੀਆਂ ਦੇ ਸਾਹਮਣੇ ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਨਹੀਂ ਪਤਾ ਕਿ ਇਹ ਕੋਕੇਨ ਉਸਦੇ ਟ੍ਰੇਲਰ ਦੇ ਸਟੋਰੇਜ ਡੱਬੇ ਦੇ ਵਿੱਚ ਕਿਵੇਂ ਆਈ ਹੈ। ਉਧਰ ਬਿਹਾਰ ਦੇ ਭਾਗਲਪੁਰ ਸ਼ਹਿਰ ਤੇ ਤਾਤਾਪੁਰ ਇਲਾਕੇ ਦੇ ਵਿੱਚ ਵੀਰਵਾਰ ਦੇਰ ਰਾਤ ਜ਼ੋਰਦਾਰ ਧਮਾਕਾ ਹੋਣ ਦੇ ਕਾਰਨ ਇੱਕ ਘਰ ਦੇ ਢਹਿ ਜਾਣ ਦੇ ਨਾਲ 7 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਵਿਅਕਤੀ ਜ਼ਖਮੀ ਹੋਏ ਨੇ। ਭਾਗਲਪੁਰ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਸੁਜੀਤ ਕੁਮਾਰ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਕਾਜਲਵੀ ਚੱਕ ਇਲਾਕੇ ਦੇ ਵਿੱਚ ਵੀਰਵਾਰ ਦੇਰ ਰਾਤ ਇੱਕ ਜ਼ੋਰਦਾਰ ਧਮਾਕੇ ਦੇ ਕਾਰਨ ਇੱਕ 3 ਮੰਜ਼ਿਲਾ ਮਕਾਨ ਢਹਿ ਗਿਆ ਅਤੇ ਇਸ ਦੇ ਮਲਬੇ ਹੇਠਾਂ ਦਬ ਜਾਣ ਦੇ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 12 ਵਿਅਕਤੀ ਜ਼ਖਮੀ ਹੋਏ ਨੇ। ਉਹਨਾਂ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਭਾਗਲਪੁਰ ਦੇ ਸਦਰ ਹਸਪਤਾਲ ਅਤੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਕੁਮਾਰ ਨੇ ਵੀ ਦੱਸਿਆ ਕਿ ਜ਼ੋਰਦਾਰ ਧਮਾਕੇ ਹੋਣ ਦੇ ਕਾਰਨ ਢਹਿ-ਢੇਰੀ ਹੋਈ ਮਕਾਨ ਦੇ ਮਲਬੇ ਨੂੰ ਸਾਫ਼ ਕਰਨ ਦਾ ਕੰਮ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਅਤੇ ਮਲਬਾ ਹਟਾਉਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਇਸ ਹਾਦਸੇ ਦੇ ਵਿੱਚ ਢਹਿ-ਢੇਰੀ ਹੋਏ ਘਰ ਦੀ ਨਜ਼ਦੀਕ 2 ਹੋਰ ਮਕਾਨ ਵੀ ਨੁਕਸਾਨੇ ਗਏ ਨੇ। ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਨੇ ਦੱਸਿਆ ਕਿ ਇਸ ਘਟਨਾ ਦੀ ਮੁੱਢਲੀ ਜਾਂਚ ਦੇ ਵਿੱਚ ਉਕਤ ਘਰ ਚੋਂ ਗੈਰ ਕਾਨੂੰਨੀ ਪਟਾਖੇ ਤੇ ਦੇਸੀ ਬੰਬਾਂ ਬਣਾਉਣ ਦੀਆਂ ਗੱਲਾਂ ਸਾਹਮਣੇ ਆਈਆਂ ਨੇ। ਫੋਰੈਂਸਿਕ ਸਾਇੰਸ ਲੈਬੋਰੇਟਰੀ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਮੈਜਿਸਟਰੇਟ ਸੀਨੀਅਰ ਪੁਲਿਸ ਸੁਪਰਡੈਂਟ ਸਮੇਤ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਅਤੇ ਬਚਾਅ ਅਤੇ ਰਾਹਤ ਕਾਰਜ ਜਾਰੀ ਨੇ। ਉਧਰ ਕਵਾੜ ਸਮੂਹ ਦੇ ਦੇਸ਼ਾਂ ਦੀ ਵੀਰਵਾਰ ਨੂੰ ਇੱਕ ਬੈਠਕ ਹੋਈ ਜਿਸ ਦੇ ਵਿੱਚ ਯੂਕਰੇਨ ਤੇ ਰੂਸ ਦੇ ਹਮਲੇ ਦੇ ਨਾਲ ਪੈਦਾ ਹੋਈ ਸਥਿਤੀ ਅਤੇ ਮਨੁੱਖਤਾ ਤੇ ਉਸਦੇ ਪ੍ਰਭਾਵਾਂ ਤੇ ਵੀ ਚਰਚਾ ਕੀਤੀ ਗਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਦੋਵਾਂ ਦੇਸ਼ਾਂ ਨੂੰ ਗੱਲਬਾਤ ਅਤੇ ਕੂਟਨੀਤੀ ਦੇ ਰਸਤੇ ਤੇ ਪਰਤਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਡਿਜੀਟਲ ਮਾਧਿਅਮ ਦੇ ਰਾਹੀਂ ਹੋਈ ਇਸ ਬੈਠਕ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ੀਦਾ ਵੀ ਸ਼ਾਮਲ ਹੋਏ। ਕਵਾੜ 4 ਦੇਸ਼ਾਂ ਦਾ ਸੰਗਠਨ ਹੈ। ਇਸ ਦੇ ਵਿੱਚ ਭਾਰਤ, ਅਮਰੀਕਾ, ਆਸਟ੍ਰੇਲੀਆ ਤੇ ਜਾਪਾਨ ਸ਼ਾਮਲ ਨੇ। ਇਹ ਚਾਰੇ ਦੇਸ਼ ਵਿਸ਼ਵ ਦੀ ਵੱਡੀ ਆਰਥਿਕ ਸ਼ਕਤੀਆਂ ਨੇ। 2007 ਦੇ ਵਿੱਚ ਜਾਪਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਇਸ ਕੁਆਡਰੀਲੇਟਰਲ ਸੁਰੱਖਿਆ ਡਾਇਲਾਗ ਜਾਂ ਫਿਰ ਕਵਾੜ ਦਾ ਰਸਮੀ ਰੂਪ ਦਿੱਤਾ ਸੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬੈਠਕ ਦੇ ਵਿੱਚ ਯੂਕਰੇਨ ਦੀ ਸਥਿਤੀ ਅਤੇ ਇਸ ਦੇ ਮਨੁੱਖਤਾ ਤੇ ਪ੍ਰਭਾਵਾਂ ਤੇ ਵੀ ਚਰਚਾ ਕੀਤੀ ਗਈ ਹੈ। ਬਿਆਨ ਦੇ ਅਨੁਸਾਰ ਪ੍ਰਧਾਨ ਮੰਤਰੀ ਨੇ ਦੋਵਾਂ ਦੇਸ਼ਾਂ ਦੇ ਨਾਲ ਗੱਲਬਾਤ ਤੇ ਕੂਟਨੀਤੀ ਕੀਤੀ ਹੈ। ਪੀਐਮਓ ਨੇ ਵੀ ਕਿਹਾ ਕਿ ਚਾਰੇ ਮੰਤਰੀਆਂ ਨੇ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ, ਆਸੀਆਨ, ਹਿੰਦ ਮਹਾਸਾਗਰ ਖੇਤਰ ਅਤੇ ਪ੍ਰਸ਼ਾਂਤ ਟਾਪੂਆਂ ਦੀ ਸਥਿਤੀ ਸਮੇਤ ਹੋਰ ਸੰਬੰਧਿਤ ਮੁੱਦਿਆਂ ਤੇ ਵੀ ਚਰਚਾ ਕੀਤੀ। ਉਧਰ ਰੂਸ ਅਤੇ ਯੂਕਰੇਨ ਦੇ ਵਿਚਾਲੇ ਲਗਾਤਾਰ 9 ਦਿਨਾਂ ਤੋਂ ਜੰਗ ਜਾਰੀ ਹੈ। ਪੂਰਬੀ ਯੂਰਪੀ ਦੇਸ਼ ਯੂਕਰੇਨ ਰੂਸ ਦੀ ਫੌਜੀ ਕਾਰਵਾਈ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਹਮਲਿਆਂ ਤੋਂ ਬਾਅਦ ਸਥਿਤੀ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਹੈ। ਰੂਸੀ ਬਲਾਂ ਨੇ ਯੂਕਰੇਨ ਤੇ ਹਮਲੇ ਤੇਜ਼ ਕਰ ਦਿੱਤੇ ਨੇ ਅਤੇ ਪਿਛਲੇ 24 ਘੰਟਿਆਂ ਦੇ ਵਿੱਚ ਖਾਰਕੀਵ, ਚੈਰਨੀਹੀਵ, ਬੋਰੋਡੇਯੰਕਾ, ਮਰੀਓਪੋਲ ਦੇ ਵਿੱਚ ਭਾਰੀ ਬੰਬਾਰੀ ਕੀਤੀ ਹੈ। ਰੂਸੀ ਹਮਲਿਆਂ ਦੇ ਵਿੱਚ ਸਿਰਫ 24 ਘੰਟਿਆਂ ਦੇ ਵਿੱਚ ਕਰੀਬ 22 ਲੋਕਾਂ ਦੀ ਮੌਤ ਹੋਈ ਹੈ ਜਦਕਿ ਕਈ ਲੋਕ ਜ਼ਖਮੀ ਹੋਏ ਨੇ। ਰੂਸੀ ਹਮਲੇ ਦੇ ਵਿਚਕਾਰ ਯੂਕਰੇਨ ਦੇ ਪਰਮਾਣੂ ਪਾਵਰ ਪਲਾਂਟ ਦੇ ਵਿੱਚ ਅੱਗ ਲੱਗ ਗਈ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਦਮਯੰਤਰੀ ਕੁਲੇਬਾ ਨੇ ਪਰਮਾਣੂ ਪਾਵਰ ਪਲਾਂਟ ਦੇ ਵਿੱਚ ਅੱਗ ਲੱਗਣ ਦੀ ਖਬਰ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਰੂਸੀ ਫੌਜ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਐਨਪੀਪੀ ਦੇ ਵਿੱਚ ਚਾਰੇ ਪਾਸੇ ਗੋਲੀਬਾਰੀ ਕਰ ਰਹੀ ਹੈ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਡਾਇਰੈਕਟਰ ਜਨਰਲ ਰਾਫੇਲ ਮਰਿਆਨੋ ਗ੍ਰੋਸੀ ਨੇ ਯੂਕਰੇਨ ਦੇ ਪ੍ਰਧਾਨ ਮੰਤਰੀ ਡੈਨਿਸ ਸ਼ਮੀਗਲ ਅਤੇ ਯੂਕਰੇਨੀ ਪਰਮਾਣੂ ਰੈਗੂਲੇਟਰ ਅਤੇ ਆਪਰੇਟਰ ਦੇ ਨਾਲ ਗੱਲ ਵੀ ਕੀਤੀ। ਉਸਨੇ ਰੂਸ ਨੂੰ ਤਾਕਤ ਦੀ ਵਰਤੋਂ ਬੰਦ ਕਰਨ ਦੇ ਲਈ ਕਿਹਾ ਤੇ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਰਿਐਕਟਰਾਂ ਦੇ ਨਾਲ ਟਕਰਾ ਗਿਆ ਤਾਂ ਗੰਭੀਰ ਖਤਰੇ ਦੀ ਚੇਤਾਵਨੀ ਦਿੱਤੀ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਦੀਮੀਰ ਜ਼ੈਲੈਂਸਕੀ ਦੇ ਦਫ਼ਤਰ ਦੇ ਮੁਖੀ ਨੇ ਸਲਾਹਕਾਰ ਜ਼ੈਪੋਰਿੰਜੀਆ ਨਿਊਕਲੀਅਰ ਪਾਵਰ ਪਲਾਂਟ ਦੇ ਵਿੱਚ ਅੱਗ ਲੱਗਣ ਦਾ ਵੀਡੀਓ ਟਵੀਟ ਕੀਤਾ। ਯੂਕਰੇਨ ਦੇ ਵੱਲੋਂ ਰੂਸੀ ਮਿਜ਼ਾਈਲ ਦੇ ਨਾਲ ਪਰਮਾਣੂ ਪਲਾਂਟ ਤੇ ਹਮਲਾ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਯੂਕਰੇਨ ਦੇ ਹਮਰੁਤਬਾ ਵਲਾਦੀਮੀਰ ਦੇ ਨਾਲ ਫੋਨ ਤੇ ਗੱਲ ਕੀਤੀ। ਦੋਹਾਂ ਨੇਤਾਵਾਂ ਦੇ ਵਿਚਾਲੇ ਫੌਜੀ, ਆਰਥਿਕ ਅਤੇ ਮਨੁੱਖੀ ਸਹਾਇਤਾ ਤੇ ਵੀ ਚਰਚਾ ਹੋਈ ਹੈ। ਨਿਊਜ਼ ਏਜੰਸੀ AFP ਮੁਤਾਬਕ ਜੋ ਬਾਈਡਨ ਨੇ ਰੂਸ ਨੂੰ ਯੂਕਰੇਨ ਦੇ ਪਰਮਾਣੂ ਪਾਵਰ ਪਲਾਂਟ ਤੇ ਐਮਰਜੈਂਸੀ ਰਾਹਤ ਕਰਮਚਾਰੀਆਂ ਨੂੰ ਇਜਾਜ਼ਤ ਦੇਣ ਦੀ ਅਪੀਲ ਦਿੱਤੀ ਹੈ। ਉਧਰ ਰੂਸ ਦੇ ਹਮਲੇ ਦੇ ਨਾਲ ਯੂਕਰੇਨ 'ਚ ਤਬਾਹੀ ਦਾ ਮੰਜ਼ਰ ਜਾਰੀ ਹੈ। ਜੰਗ ਦਾ ਅੱਜ 9ਵਾਂ ਦਿਨ ਹੈ ਅਤੇ ਇਹ ਲੜਾਈ ਹੁਣ ਦਿਨ ਪ੍ਰਤੀ ਦਿਨ ਤੇਜ਼ ਹੁੰਦੀ ਜਾ ਰਹੀ ਹੈ। ਅਜੇ ਵੀ ਕੁਝ ਭਾਰਤੀ ਵਿਦਿਆਰਥੀ ਯੂਕਰੇਨ ਦੀ ਰਾਜਧਾਨੀ ਕੀਵ 'ਚ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਦੇ ਵਿੱਚ ਫਸੇ ਹੋਏ ਨੇ। ਰੂਸੀ ਫੌਜ ਪਿਛਲੇ 24 ਘੰਟਿਆਂ ਦੇ ਵਿੱਚ ਖਾਰਕੀਵ, ਚੇਰਨੀਹੀਵ, ਬੋਰੋਦਿਆਂਕਾ, ਮਰੀਓਪੋਲ ਦੇ ਵਿੱਚ ਭਾਰੀ ਬੰਬਾਰੀ ਕੀਤੀ ਹੈ। ਇਹਨਾਂ ਹਮਲਿਆਂ ਦੇ ਵਿੱਚ ਸਿਰਫ 24 ਘੰਟਿਆਂ ਦੇ ਅੰਦਰ ਲਗਭਗ 22 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿਚਾਲੇ ਭਾਰਤ ਸਰਕਾਰ ਨੇ ਦੱਸਿਆ ਹੈ ਕਿ ਕੀਵ ਦੇ ਵਿੱਚ ਇੱਕ ਭਾਰਤੀ ਵਿਦਿਆਰਥੀ ਨੂੰ ਗੋਲੀ ਲੱਗ ਗਈ ਹੈ ਜਿਸ ਪਿੱਛੋਂ ਉਸ ਨੂੰ ਵਾਪਸ ਕੀਵ ਭੇਜ ਦਿੱਤਾ ਗਿਆ। ਯੂਕਰੇਨ ਦੇ ਗੁਆਂਢੀ ਦੇਸ਼ ਪੋਲੈਂਡ ਦੇ ਵਿੱਚ ਮੌਜੂਦ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਜਨਰਲ VK ਸਿੰਘ ਨੇ ਕਿਹਾ ਕਿ ਅੱਜ ਖਬਰ ਮਿਲੀ ਹੈ ਕਿ ਕੀਵ ਤੋਂ ਆ ਰਹੇ ਇੱਕ ਵਿਦਿਆਰਥੀ ਨੂੰ ਗੋਲੀ ਲੱਗ ਗਈ ਹੈ ਤੇ ਉਸ ਨੂੰ ਰਸਤੇ ਤੋਂ ਹੀ ਵਾਪਸ ਕੀਵ ਲਿਜਾਇਆ ਗਿਆ। ਅਸੀਂ ਘੱਟ ਤੋਂ ਘੱਟ ਨੁਕਸਾਨ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। VK ਸਿੰਘ ਨੇ ਦੱਸਿਆ ਹੈ ਕਿ ਅਜੇ 1600 ਤੋਂ 1700 ਬੱਚਿਆਂ ਨੂੰ ਭਾਰਤ ਭੇਜਣਾ ਹੈ। ਪਿਛਲੇ 3 ਦਿਨਾਂ ਦੇ ਵਿੱਚ 7 ਫਲਾਈਟ ਦੇ ਵਿੱਚ ਲਗਭਗ 1400 ਬੱਚੇ ਗਏ ਨੇ। ਕੁਝ ਬੱਚੇ ਆਪਣੇ ਰਾਹੀਂ ਤੋਂ ਵਾਰਸਾਈ ਪਹੁੰਚੇ ਨੇ ਤੇ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਰੁਕਣ ਦਾ ਫੈਸਲਾ ਕੀਤਾ ਹੈ। ਉਹ ਪੋਲੈਂਡ ਦੇ ਵਿੱਚ ਸੁਰੱਖਿਅਤ ਨੇ। ਉਹਨਾਂ ਨੇ ਕਿਹਾ ਕਿ ਕੱਲ ਕੁੱਲ 5
5 ਫਲਾਈਟਾਂ ਨਿਕਲਣਗੀਆਂ, ਜਿਸ ਵਿੱਚੋਂ ਅਸੀਂ 800-900 ਬੱਚਿਆਂ ਨੂੰ ਭਾਰਤ ਭੇਜਾਂਗੇ। ਅਸੀਂ ਬੱਚਿਆਂ ਦੇ ਰੁਕਣ ਦੇ ਲਈ ਇੱਥੇ ਅਸਥਾਈ ਵਿਵਸਥਾ ਬਣਾਈ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਯੂਕਰੇਨ ਤੋਂ ਭਾਰਤੀਆਂ ਦੀ ਵਾਪਸੀ ਦਾ ਮਿਸ਼ਨ ਜਾਰੀ ਹੈ। ਅੱਜ ਭਾਰਤੀ ਹਵਾਈ ਫੌਜ ਦੇ 2 C-17 ਜਹਾਜ਼ ਯੂਕਰੇਨ ਦੇ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਰੋਮਾਨੀਆ ਦੇ ਬੁਖਾਰੈਸਟ ਤੇ ਹੰਗਰੀ ਦੇ ਬੁਡਾਪੈਸਟ ਤੋਂ ਗਾਜ਼ੀਆਬਾਦ ਦੇ ਵਿੱਚ ਸਥਿਤ ਹਿੰਡਨ 에ਅਰ ਬੇਸ ਪਹੁੰਚੇ। ਕੇਂਦਰੀ ਰਾਜ ਅਜੇ ਭੱਟ ਨੇ ਆਉਣ ਵਾਲੇ ਭਾਰਤੀ ਨਾਗਰਿਕਾਂ ਦਾ ਸਵਾਗਤ ਕੀਤਾ। ਦੇਰ ਰਾਤ ਹਵਾਈ ਫੌਜ ਤੇ 에ਅਰ ਇੰਡੀਆ ਦੇ ਜਹਾਜ਼ ਤੋਂ ਲਗਭਗ 700 ਵਿਦਿਆਰਥੀ ਦੇਸ਼ ਪਰਤੇ ਨੇ। ਕੱਲ ਯਾਨੀ ਕਿ 5 ਮਾਰਚ ਤੱਕ 15,000 ਹੋਰ ਬੱਚਿਆਂ ਨੂੰ ਕੱਢਣ ਦਾ ਪਲਾਨ ਹੈ। ਉਧਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਪਹਿਲੇ ਸਟੇਟ ਆਫ ਦਾ ਯੂਨੀਅਨ ਸੰਬੋਧਨ ਨੂੰ ਅੰਦਾਜ਼ਨ 3.82 ਕਰੋੜ ਲੋਕਾਂ ਨੇ ਟੀਵੀ ਤੇ ਦੇਖਿਆ। ਨੀਲਸਨ ਦੀ ਰੇਟਿੰਗ ਦੇ ਅੰਕੜੇ ਦੇ ਮੁਤਾਬਕ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ 2020 ਦੇ ਆਖਰੀ SOTU ਸੰਬੋਧਨ ਨੂੰ 3.72 ਕਰੋੜ ਲੋਕਾਂ ਨੇ ਦੇਖਿਆ ਤੇ ਜੋ ਰਿਕਾਰਡ ਬਾਈਡਨ ਨੇ ਆਪਣੇ ਪਹਿਲੇ ਸੰਬੋਧਨ ਦੇ ਨਾਲ ਤੋੜ ਦਿੱਤਾ ਹੈ। ਹਾਲਾਂਕਿ ਉਹ ਟਰੰਪ ਦੇ 2018 ਦੇ ਪਹਿਲੇ ਸੰਬੋਧਨ ਦਾ ਰਿਕਾਰਡ ਨਹੀਂ ਤੋੜ ਸਕੇ। ਉਸ ਸਮੇਂ ਟਰੰਪ ਦੇ ਭਾਸ਼ਣ ਨੂੰ ਟੀਵੀ ਤੇ 4.56 ਕਰੋੜ ਲੋਕਾਂ ਨੇ ਦੇਖਿਆ ਸੀ। ਬਾਈਡਨ ਨੇ 2021 ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਸੰਸਦ ਦੇ ਵਿੱਚ ਦਿੱਤੇ ਪਹਿਲੇ ਭਾਸ਼ਣ ਨੂੰ 2.7 ਕਰੋੜ ਲੋਕਾਂ ਨੇ ਦੇਖਿਆ ਸੀ, ਜਦਕਿ ਟਰੰਪ ਦੇ ਸੰਸਦ ਦੇ ਪਹਿਲੇ ਸੰਬੋਧਨ ਨੂੰ 4.77 ਕਰੋੜ ਲੋਕਾਂ ਨੇ ਦੇਖਿਆ ਸੀ। ਨੀਲਸਨ ਨੇ 16 ਨੈਟਵਰਕਾਂ ਤੇ ਚੈਨਲਾਂ ਦੇ ਦਰਸ਼ਕਾਂ ਦੀ ਗਿਣਤੀ ਨੂੰ ਮਾਪਿਆ, ਜਿਨ੍ਹਾਂ ਨੇ ਮੰਗਲਵਾਰ ਨੂੰ ਲਗਭਗ 1 ਘੰਟੇ ਦੇ ਲਈ ਬਾਈਡਨ ਦੇ ਭਾਸ਼ਣ ਨੂੰ ਲਾਈਵ ਪ੍ਰਸਾਰਿਤ ਕੀਤਾ ਸੀ। ਅੰਕੜੇ ਦੇ ਮੁਤਾਬਕ ਸਭ ਤੋਂ ਵੱਧ ਔਸਤਨ 72 ਲੱਖ ਲੋਕਾਂ ਨੇ ਫੌਕਸ ਨਿਊਜ਼ ਚੈਨਲ ਦੇਖਿਆ। ਇਸ ਤੋਂ ਬਾਅਦ ਔਸਤਨ 63 ਲੱਖ ਲੋਕਾਂ ਨੇ ABC, 49 ਲੱਖ ਨੇ CBS ਅਤੇ 48 ਲੱਖ ਨੇ CNN, 47 ਲੱਖ ਨੇ NBC ਅਤੇ 41 ਲੱਖ ਨੇ MSNBC ਅਤੇ 19 ਲੱਖ ਨੇ ਫੌਕਸ ਚੈਨਲ ਵੇਖਿਆ। ਉਧਰ ਯੂਕਰੇਨ ਤੇ ਰੂਸ ਦੇ ਵਿਚਾਲੇ ਚੱਲ ਰਹੀ ਜੰਗ ਦੇ ਦੌਰਾਨ ਬਹੁਤ ਸਾਰੇ ਭਾਰਤੀ ਵਿਦਿਆਰਥੀ ਜੋ ਯੂਕਰੇਨ ਦੇ ਵਿੱਚ ਪੜ੍ਹਾਈ ਕਰਨ ਗਏ ਸਨ, ਉਹ ਫਸੇ ਹੋਏ ਸਨ। ਬਹੁਤ ਸਾਰੇ ਭਾਰਤੀ ਨਾਗਰਿਕ ਹੁਣ ਯੂਕਰੇਨ ਜਾ ਕੇ ਉਹਨਾਂ ਦਾ ਸਾਥ ਦੇਣ ਦੀਆਂ ਗੱਲਾਂ ਕਰ ਰਹੇ ਨੇ। ਇਸੇ ਵਿਚਾਲੇ ਭਾਰਤ ਸਰਕਾਰ ਦੇ ਵੱਲੋਂ ਲਗਾਤਾਰ ਉਹਨਾਂ ਬੱਚਿਆਂ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ, ਜਿਸ ਕਰਕੇ ਅੱਜ ਕੁਝ ਵਿਦਿਆਰਥੀ ਯੂਕਰੇਨ ਤੋਂ ਅੰਮ੍ਰਿਤਸਰ ਇੰਟਰਨੈਸ਼ਨਲ ਹਵਾਈ ਅੱਡੇ ਪਹੁੰਚੇ। ਇਸ ਦੌਰਾਨ ਵਿਦਿਆਰਥੀਆਂ ਨੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਢੋਲ ਨਗਾੜਿਆਂ ਦੇ ਨਾਲ ਆਪਣੇ ਬੱਚਿਆਂ ਦਾ ਸਵਾਗਤ ਵੀ ਕੀਤਾ। ਵਿਦਿਆਰਥੀ ਆਪਣੇ ਮਾਪਿਆਂ ਨੂੰ ਮਿਲ ਕੇ ਕਾਫੀ ਭਾਵੁਕ ਵੀ ਦਿਖਾਈ ਦਿੱਤੇ। ਬੱਚਿਆਂ ਦੇ ਮਾਪਿਆਂ ਦੇ ਵੱਲੋਂ ਆਪਣੇ ਬੱਚਿਆਂ ਦੇ ਗੱਲਾਂ ਦੇ ਵਿੱਚ ਫੁੱਲਾਂ ਦੇ ਹਾਰ ਪਾ ਕੇ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਾ ਕੇ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਨੇ ਕਿਹਾ ਕਿ ਯੂਕਰੇਨ ਦੇ ਵਿੱਚ ਹਾਲਾਤ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਜੋ ਪਹਿਲੇ ਦਿਨ ਭਾਰਤੀ ਨਾਗਰਿਕਾਂ ਨੂੰ ਮਾਰਨ ਵਾਲੀ ਖਬਰ ਸਾਹਮਣੇ ਆਈ ਸੀ, ਉਹ ਹਮਲਾ ਰੂਸ ਦੀ ਫੌਜ ਨੇ ਕੀਤਾ ਸੀ, ਪਰ ਅਸੀਂ ਡਰੇ ਨਹੀਂ। ਸਾਡੇ ਨੇੜੇ ਬੰਬ ਡਿੱਗਣ ਦੀਆਂ ਆਵਾਜ਼ਾਂ ਆਉਂਦੀਆਂ ਸਨ, ਪਰ ਅਸੀਂ ਬਿਨਾਂ ਡਰੇ ਆਪਣੇ ਲਕਸ਼ ਵੱਲ ਵੱਧਦੇ ਗਏ ਅਤੇ ਸਹੀ ਸਲਾਮਤ ਅੱਜ ਭਾਰਤ ਪਹੁੰਚੇ ਹਾਂ। ਇਸ ਦੌਰਾਨ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਦੇ ਲਗਭਗ ਸਾਰੇ ਰਹਿੰਦੇ ਸਾਥੀ ਵੀ ਜਲਦ ਭਾਰਤ ਪਹੁੰਚ ਜਾਣਗੇ। ਜ਼ਿਕਰਯੋਗ ਹੈ ਕਿ ਯੂਕਰੇਨ ਤੇ ਰੂਸ ਵਿਚਾਲੇ ਜੰਗ ਨੇ ਹਰ ਇੱਕ ਦੇ ਦਿਲ ਦੇ ਵਿੱਚ ਸਹਿਮ ਦਾ ਮਾਹੌਲ ਬਣਾਇਆ ਹੋਇਆ ਹੈ, ਜਿਸ ਕਾਰਨ ਭਾਰਤ ਦੇ ਰਹਿਣ ਵਾਲੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਵਾਪਸ ਲਿਆਉਣ ਦੇ ਲਈ ਭਾਰਤ ਸਰਕਾਰ ਅੱਗੇ ਕਈ ਤਰ੍ਹਾਂ ਦੀ ਮੰਗ ਕੀਤੀ ਹੈ, ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਵੱਲੋਂ ਉਹਨਾਂ ਦੇ ਬੱਚਿਆਂ ਨੂੰ ਵਾਪਸ ਲਿਆਉਣ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਗਿਆ, ਜਿਸ ਕਰਕੇ ਅੱਜ ਕੁਝ ਬੱਚੇ ਯੂਕਰੇਨ ਤੋਂ ਭਾਰਤ ਵਾਪਸ ਆਏ ਅਤੇ ਉਹਨਾਂ ਨੇ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਤੇ ਉਤਰੇ ਅਤੇ ਉਹ ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਦੇ ਵਿੱਚ ਅੱਜ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ। ਉਧਰ ਰੂਸ ਯੂਕਰੇਨ ਦੇ ਵਿੱਚ ਆਪਣੇ ਮਿਜ਼ਾਈਲ ਤੇ ਬੰਬਾਂ ਦੇ ਨਾਲ ਭਾਰੀ ਤਬਾਹੀ ਮਚਾਈ ਜਾ ਰਹੀ ਹੈ। ਮਰਨ ਵਾਲਿਆਂ ਦੀ ਗਿਣਤੀ ਵੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਜੰਗ ਰੋਕਣ ਦੀਆਂ ਸਾਰੀਆਂ ਕੋਸ਼ਿਸ਼ਾਂ ਜਾਰੀ ਨੇ। ਇਸੇ ਕੜੀ ਦੇ ਵਿੱਚ ਅਮਰੀਕਾ ਨੇ ਰੂਸ ਦੇ ਸਾਹਮਣੇ ਇੱਕ ਪੇਸ਼ਕਸ਼ ਰੱਖੀ ਹੈ। ਅਮਰੀਕਾ ਦੇ ਸਿਆਸੀ ਮਾਮਲਿਆਂ ਦੇ ਵਿਦੇਸ਼ ਮੰਤਰੀ ਵਿਕਟੋਰੀਆ ਨੂਲੈਂਡ ਨੇ ਕਿਹਾ ਹੈ ਕਿ ਜੇ ਯੂਕਰੇਨ ਦੇ ਵਿੱਚ ਰੂਸ ਜੰਗ ਬੰਦ ਕਰ ਦਿੰਦਾ ਤਾਂ ਮਾਸਕੋ ਖਿਲਾਫ ਲਗਾਈਆਂ ਗਈਆਂ ਦੱਸ ਦਈਏ ਕਿ ਸ਼ੁੱਕਰਵਾਰ ਸਵੇਰੇ ਸਥਿਤੀ ਕਾਫੀ ਤਣਾਅਪੂਰਨ ਹੋ ਗਈ ਸੀ। ਰੂਸ ਦੀ ਬੰਬਾਰੀ ਦੇ ਨਾਲ ਯੂਕਰੇਨ ਦੇ ਐਨਹੋਦਰ ਸ਼ਹਿਰ ਦੇ ਵਿੱਚ ਸਥਿਤ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਊਰਜਾ ਪਲਾਂਟ ਦੇ ਵਿੱਚ ਅੱਗ ਲੱਗ ਗਈ। ਪਲਾਂਟ ਦੇ ਡਾਇਰੈਕਟਰ ਦਾ ਕਹਿਣਾ ਸੀ ਕਿ ਫਾਇਰ ਫਾਈਟਿੰਗ ਸਿਸਟਮ ਨੂੰ ਪਲਾਂਟ ਦੇ ਅੰਦਰ ਆਉਣ ਨਹੀਂ ਦਿੱਤਾ ਜਾ ਰਿਹਾ। ਰਿਪੋਰਟ ਦੇ ਮੁਤਾਬਕ ਕੁਝ ਦੇਰ ਬਾਅਦ ਪਲਾਂਟ ਦੇ ਵਿੱਚ ਕਈ ਧਮਾਕੇ ਵੀ ਹੋਏ। ਇਸ ਘਟਨਾ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮਿਰ ਜ਼ੈਲੈਂਸਕੀ ਦੇ ਨਾਲ ਬਾਈਡਨ ਨੇ ਫੋਨ ਤੇ ਗੱਲ ਕੀਤੀ ਅਤੇ ਜ਼ੈਲੈਂਸਕੀ ਨੇ ਇਸ ਤੋਂ ਬਾਅਦ ਐਮਰਜੈਂਸੀ ਸੰਬੋਧਨ ਦੇ ਵਿੱਚ ਕਿਹਾ ਕਿ ਮਾਸਕੋ ਜਾਪੋਰਿਜੀਆ ਨਿਊਕਲੀਅਰ ਪਾਵਰ ਪਲਾਂਟ ਦੇ ਬੰਬਾਰੀ ਕਰਕੇ ਚੈਰਨੋਬਿਲ ਐਮਰਜੈਂਸੀ ਨੂੰ ਦੁਹਰਾਉਣਾ ਚਾਹੁੰਦਾ ਹੈ। ਤੁਹਾਨੂੰ ਦੱਸ ਦੇ ਕਿ ਯੂਕਰੇਨ ਹਮਲੇ ਤੋਂ ਬਾਅਦ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਨੇ ਰੂਸ ਤੇ ਕੱਟੜਪੰਥੀਆਂ ਲਗਾਈਆਂ ਹੋਈਆਂ ਹਨ। ਪੱਛਮੀ ਦੇਸ਼ ਰੂਸ ਦੇ ਸੈਂਟਰਲ ਬੈਂਕ ਦੇ ਐਸੈਂਟ ਨੂੰ ਫਰੀਜ਼ ਕਰਨਾ, ਰੂਸ ਨੂੰ ਸਵਿਫਟ ਤੋਂ ਬਾਹਰ ਕਰਨਾ। ਅਮਰੀਕਾ ਤੇ ਬ੍ਰਿਟੇਨ ਨੇ ਰੂਸ ਦੇ 2 ਸਭ ਤੋਂ ਵੱਡੇ ਬੈਂਕ ਸਬਰ ਬੈਂਕ ਅਤੇ VTB ਬੈਂਕ ਦੇ ਕਈ ਤਰ੍ਹਾਂ ਦੀ ਰੋਕ ਲਗਾਈ ਹੈ। ਰੂਸ ਦੇ ਕਈ ਰਾਈਸ ਲੋਕਾਂ ਦੀ ਯਾਤਰਾ ਤੇ ਬੈਨ ਹੈ। ਇਸ ਤਰ੍ਹਾਂ ਦੀਆਂ ਜਾਇਦਾਦਾਂ ਫਰੀਜ਼ ਕਰ ਦਿੱਤੀਆਂ ਗਈਆਂ ਨੇ। ਉਧਰ ਯੂਕਰੇਨ ਦੇ ਵਿੱਚ ਵੱਧ ਰਹੇ ਖਤਰੇ ਨੂੰ ਵੇਖਦਿਆਂ ਉੱਥੇ ਫਸੇ ਹੋਏ ਵਿਦਿਆਰਥੀ ਮਹਿੰਗੇ ਭਾਅ ਟਿਕਟਾਂ ਖਰੀਦ ਕੇ ਇੰਡੀਆ ਦੇ ਲਈ ਰਵਾਨਾ ਹੋ ਰਹੇ ਨੇ। ਇਸੇ ਕੜੀ ਦੇ ਵਿੱਚ ਕਰੀਮੀਆ ਦੀ ਸਟੇਟ ਮੈਡੀਕਲ ਯੂਨੀਵਰਸਿਟੀ ਤੋਂ 12 ਪੰਜਾਬੀ ਵਿਦਿਆਰਥੀ ਵੀਰਵਾਰ ਰਾਤ 8 ਵਜੇ ਵਾਲੀ ਟ੍ਰੇਨ ਜ਼ਰੀਏ ਮਾਸਕੋ ਦੇ ਲਈ ਰਵਾਨਾ ਹੋ ਗਏ, ਜਿਨ੍ਹਾਂ ਦੀਆਂ ਦੁਬਈ ਤੋਂ ਸ਼ਨੀਵਾਰ ਦੀਆਂ ਹਵਾਈ ਟਿਕਟਾਂ ਕਨਫਰਮ ਹੋ ਚੁੱਕੀਆਂ ਹਨ। ਕਰੀਮੀਆ ਤੋਂ ਵਿਦਿਆਰਥੀਆਂ ਨੂੰ ਟ੍ਰੇਨ ਦੇ ਵਿੱਚ ਬਿਠਾ ਕੇ ਰਵਾਨਾ ਕਰਨ ਵਾਲੇ ਐਚ ਸਿੰਘ ਨੇ ਦੱਸਿਆ ਕਿ ਕਰੀਮੀਆ ਦੇ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੰਗਲਵਾਰ ਦੀ ਹਵਾਈ ਟਿਕਟ 55,000 ਰੁਪਏ ਮਿਲ ਰਹੀ ਹੈ, ਪਰ ਉਹ ਜਲਦ ਘਰਾਂ ਨੂੰ ਰਵਾਨਾ ਹੋਣਾ ਚਾਹੁੰਦੇ ਨੇ। ਇਸ ਦੇ ਲਈ ਉਹਨਾਂ ਨੇ ਬਹੁਤੇ ਮਹਿੰਗੇ ਭਾਅ ਦੀਆਂ ਟਿਕਟਾਂ ਖਰੀਦੀਆਂ। ਯੂਨੀਵਰਸਿਟੀ ਤੋਂ ਕੈਬ ਦੇ ਜ਼ਰੀਏ ਉਕਤ ਵਿਦਿਆਰਥੀਆਂ ਨੂੰ ਕਰੀਮੀਆ ਦੇ ਰੇਲਵੇ ਸਟੇਸ਼ਨ ਤੇ ਲਿਆਂਦਾ ਗਿਆ। ਇਸ ਟ੍ਰੇਨ ਦੇ ਵਿੱਚ 3rd ਕਲਾਸ ਦੀ ਟਿਕਟ 3400 ਰੁਪਏ ਜਦਕਿ 1st ਕਲਾਸ ਦੀ ਟਿਕਟ 9000 ਰੁਪਏ ਦੇ ਵਿੱਚ ਮਿਲ ਰਹੀ ਹੈ। ਸਿੰਘ ਨੇ ਦੱਸਿਆ ਕਿ ਇਹਨਾਂ ਪੰਜਾਬੀ ਮੂਲ ਦੇ ਵਿਦਿਆਰਥੀਆਂ ਦੇ ਵਿੱਚੋਂ 2 ਚੰਡੀਗੜ੍ਹ ਨੇੜਲੇ ਇਲਾਕੇ ਦੇ ਹਨ, ਜਦਕਿ ਬਾਕੀ ਸਾਰੇ ਵਿਦਿਆਰਥੀ ਪੰਜਾਬ
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ ਸੰਬੰਧਿਤ ਨੇ। ਇਹਨਾਂ ਦੇ ਵਿੱਚ 3 ਲੜਕੀਆਂ ਵੀ ਸ਼ਾਮਲ ਨੇ। ਉਹਨਾਂ ਨੇ ਇਹ ਵੀ ਦੱਸਿਆ ਕਿ ਕ੍ਰੀਮੀਆ ਤੋਂ 34 ਘੰਟੇ ਤੱਕ ਦਾ ਸਫ਼ਰ ਕਰਕੇ ਉਕਤ ਵਿਦਿਆਰਥੀ ਮਾਸਕੋ ਪਹੁੰਚਣਗੇ ਤੇ ਉਹਨਾਂ ਤੋਂ ਬਾਅਦ ਉਹਨਾਂ ਨੂੰ ਮਾਸਕੋ ਦੇ ਰੇਲਵੇ ਸਟੇਸ਼ਨ ਤੋਂ 에ਅਰਪੋਰਟ ਤੱਕ ਪਹੁੰਚਣ ਦੇ ਲਈ ਪ੍ਰਤੀ ਕੈਬ 3000 ਰੁਪਏ ਖਰਚ ਕਰਨੇ ਹੋਣਗੇ। ਇਸ ਤੋਂ ਬਾਅਦ ਮਾਸਕੋ 에ਅਰਪੋਰਟ ਤੋਂ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਦੁਬਈ ਦੇ ਲਈ ਫਲਾਈਟ ਮਿਲੇਗੀ, ਜਿਸ ਜ਼ਰੀਏ ਉਹ ਅੱਗੇ ਭਾਰਤ ਵਿੱਚ ਦਿੱਲੀ ਦੇ ਇੰਟਰਨੈਸ਼ਨਲ 에ਅਰਪੋਰਟ ਤੇ ਪਹੁੰਚਣਗੇ। ਇਸ ਹਵਾਈ ਟਿਕਟ ਦੇ ਲਈ ਵਿਦਿਆਰਥੀਆਂ ਨੇ 90000 ਰੁਪਏ ਅਦਾ ਕੀਤੇ, ਜਦਕਿ ਕਈ ਵਿਦਿਆਰਥੀਆਂ ਨੇ ਕੁਝ ਦਿਨ ਪਹਿਲਾਂ ਟਿਕਟਾਂ ਬੁੱਕ ਕਰਵਾਈਆਂ ਸਨ ਅਤੇ ਉਹਨਾਂ ਦਾ ਖਰਚਾ 40000 ਰੁਪਏ ਦੇ ਲਗਭਗ ਰਿਹਾ। ਜਿਹੜੇ ਵਿਦਿਆਰਥੀ ਦੇ ਦੋਸਤ ਇੰਡੀਆ ਦੇ ਲਈ ਰਵਾਨਾ ਹੋ ਰਹੇ ਨੇ, ਉਹਨਾਂ ਨੇ ਮਹਿੰਗੇ ਭਾਅ ਟਿਕਟ ਖਰੀਦ ਕੇ ਆਪਣੇ ਦੋਸਤਾਂ ਦੇ ਨਾਲ ਜਾਣਾ ਉਚਿਤ ਸਮਝਿਆ। ਐਚ ਸਿੰਘ ਨੇ ਕਿਹਾ ਕਿ ਕ੍ਰੀਮੀਆ ਯੂਨੀਵਰਸਿਟੀ ਤੋਂ ਭਾਰਤ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਰੋਜ਼ਾਨਾ ਵੱਧਦੀ ਜਾ ਰਹੀ ਹੈ, ਜਿਸ ਕਾਰਨ ਉੱਥੇ ਯੂਨੀਵਰਸਿਟੀ ਦੇ ਹੋਸਟਲ ਖਾਲੀ ਹੋ ਰਹੇ ਨੇ। ਬੀਤੇ ਦਿਨੀ ਯੂਕਰੇਨ ਦੇ ਵਿੱਚ ਕਈ ਯੂਨੀਵਰਸਿਟੀਆਂ ਹਵਾਈ ਹਮਲੇ ਦੇ ਵਿੱਚ ਨੁਕਸਾਨੀਆਂ ਗਈਆਂ ਨੇ, ਜਿਸ ਕਾਰਨ ਵਿਦਿਆਰਥੀ ਉੱਥੋਂ ਪਲਾਇਨ ਕਰਕੇ ਦੂਜੀਆਂ ਥਾਵਾਂ ਤੇ ਜਾ ਕੇ ਰਹਿਣ ਨੂੰ ਮਹੱਤਵ ਦੇ ਰਹੇ ਨੇ। ਕਈ ਵਿਦਿਆਰਥੀ 3 ਦਿਨ ਪਹਿਲਾਂ ਰਵਾਨਾ ਹੋਏ ਸਨ, ਜਿਹੜੇ ਕਿ ਸ਼ੁੱਕਰਵਾਰ ਰਾਤ ਤੱਕ ਇੰਡੀਆ ਪਹੁੰਚ ਜਾਣਗੇ। ਇਹਨਾਂ ਦੇ ਵਿੱਚੋਂ 3 ਵਿਦਿਆਰਥੀਆਂ ਨੂੰ ਉਹ ਟ੍ਰੇਨ ਵਿੱਚ ਚੜਾ ਕੇ ਆਏ ਸਨ, ਜਿਨ੍ਹਾਂ ਦੀਆਂ ਟਿਕਟਾਂ ਵੀ ਕਨਫਰਮ ਹੋ ਚੁੱਕੀਆਂ ਨੇ। उधर भारत के प्रधानमंत्री नरेंद्र मोदी ने अपने संसदीय खेतर वाराणसी ਦੇ ਵਿੱਚ यूक्रेन ਤੋਂ ਵਾਪਸ ਆਏ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਿਦਿਆਰਥੀਆਂ ਨੇ ਯੂਕਰੇਨ ਦੇ ਆਪਣੇ ਹੱਡਬੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਸਾਂਝੀ ਕੀਤੀ। ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰਨ ਵਾਲੇ ਵਿਦਿਆਰਥੀਆਂ ਦੇ ਵਿੱਚ ਉਹਨਾਂ ਦੇ ਸੰਸਦੀ ਖੇਤਰ ਵਾਰਾਣਸੀ ਦੇ ਲੋਕ ਵੀ ਸ਼ਾਮਲ ਨੇ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਹੋਰ ਹਿੱਸਿਆਂ ਦੇ ਵਿਦਿਆਰਥੀਆਂ ਦੇ ਨਾਲ ਵੀ ਪ੍ਰਧਾਨ ਮੰਤਰੀ ਮੋਦੀ ਨੇ ਗੱਲ ਕੀਤੀ। ਪ੍ਰਧਾਨ ਮੰਤਰੀ ਇਸ ਦੌਰਾਨ ਬੇਹੱਦ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਗੱਲ ਕਰਦੇ ਹੋਏ ਨਜ਼ਰ ਆਏ। ਇਹੀ ਨਹੀਂ, ਪੀਐਮ ਮੋਦੀ ਨੇ ਵਿਦਿਆਰਥੀਆਂ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ यूपी चोन ਦੇ ਲਈ ਪ੍ਰਚਾਰ ਕਰਨ ਜੌਨਪੁਰ ਅਤੇ ਚੰਦੋਲੀ ਗਏ ਸਨ। ਇਸ ਦੌਰਾਨ ਉਹਨਾਂ ਨੇ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਦੀ ਵਿਦਿਆਰਥੀਆਂ ਨਾਲ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਵਿਰੋਧੀ ਧਿਰ ਸਰਕਾਰ ਦੇ ਵਿਦਿਆਰਥੀਆਂ ਦੀ ਨਿਕਾਸੀ ਨੂੰ ਲੈ ਕੇ ਹਮਲਾਵਰ ਹੈ। ਉਤੇ ਹਵਾਬਾਜ਼ੀ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਲਗਭਗ 3500 ਭਾਰਤੀਆਂ ਦੇ ਨਾਲ 17 ਉਡਾਣਾਂ ਸ਼ੁੱਕਰਵਾਰ ਨੂੰ ਭਾਰਤ ਆਉਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਸੋਨ ਭਦਰ ਦੇ ਵਿੱਚ ਬੁੱਧਵਾਰ ਨੂੰ ਪੀਐਮ ਮੋਦੀ ਨੇ ਵਿਦਿਆਰਥੀਆਂ ਨੂੰ ਕੱਢਣ ਦੀ ਮੁਹਿੰਮ ਦਾ ਜ਼ਿਕਰ ਕੀਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ਦੇ ਵਿੱਚ ਜੋ ਹਾਲਾਤ ਬਣੇ ਨੇ ਉਹ ਤੁਸੀਂ ਵੇਖ ਰਹੇ ਹੋ। ਇਹ ਭਾਰਤ ਦੀ ਵੱਧਦੀ ਸਮਰੱਥਾ ਹੀ ਹੈ ਕਿ ਅਸੀਂ ਯੂਕਰੇਨ 'ਚ ਫਸੇ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਦੇ ਲਈ ਇੰਨੀ ਵੱਡੀ ਮੁਹਿੰਮ ਚਲਾ ਰਹੇ ਹਾਂ। ਉਧਰ ਯੁੱਧ ਪ੍ਰਭਾਵਿਤ ਯੂਕਰੇਨ ਦੇ ਵਿੱਚ ਫਸੇ 185 ਯਾਤਰੀਆਂ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਲੈ ਕੇ ਇੱਕ ਵਿਸ਼ੇਸ਼ ਜਹਾਜ਼ ਵੀਰਵਾਰ ਦੇਰ ਰਾਤ ਮੁੰਬਈ ਪਹੁੰਚਿਆ। ਇੱਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਕੇਂਦਰੀ ਮੰਤਰੀ ਰਾਵ ਸਾਹਿਬ ਦਾਨਵੇ ਨੇ 에ਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਤੋਂ ਆਏ ਲੋਕਾਂ ਦਾ ਹਵਾਈ ਅੱਡੇ ਤੇ ਸਵਾਗਤ ਕੀਤਾ। ਜਹਾਜ਼ ਵੀਰਵਾਰ ਦੇਰ ਰਾਤ 2 ਵਜੇ ਹਵਾਈ ਅੱਡੇ ਤੇ ਪਹੁੰਚਿਆ ਸੀ। ਅਧਿਕਾਰੀ ਨੇ ਵੀ ਦੱਸਿਆ ਕਿ ਮੁੰਬਈ ਪਹੁੰਚਿਆ ਇੱਕ ਚੌਥਾ ਨਿਕਾਸੀ ਜਹਾਜ਼ ਸੀ। ਬੁਡਾਪੈਸਟ ਤੋਂ ਇੱਕ ਹੋਰ ਜਹਾਜ਼ ਦੇ ਸ਼ੁੱਕਰਵਾਰ ਸਵੇਰੇ ਕਰੀਬ 8 ਵਜੇ ਇੱਥੇ ਪਹੁੰਚਣ ਦੀ ਉਮੀਦ ਹੈ। ਦਾਨਵੇ ਨੇ ਯਾਤਰੀਆਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਯੂਕਰੇਨ ਦੇ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਤੱਕ ਨਿਕਾਸੀ ਮੁਹਿੰਮ ਜਾਰੀ ਰਹੇਗੀ। ਭਾਰਤ ਰੂਸ ਦੇ ਯੂਕਰੇਨ ਤੇ ਹਮਲਾ ਕਰਨ ਤੋਂ ਬਾਅਦ ਦੇ ਯੁੱਧ ਪ੍ਰਭਾਵਿਤ ਦੇਸ਼ ਦੇ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਰੋਮਾਨੀਆ, ਹੰਗਰੀ ਤੇ ਪੋਲੈਂਡ ਦੇ ਰਸਤੇ ਦੇਸ਼ ਲਿਆ ਰਿਹਾ ਹੈ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥ ਦੇ ਨਾਲ।